यहाँ पे ना अहली, यहाँ पर ये जो इनका मालकान है उनकी भी है कि 30 से 32 लाख कैश है, तो साथ में सिक्योरिटी गार्ड क्यों नहीं भेजता? ਅਸੀਂ ਚੌਥੇ ਜ਼ਿਲ੍ਹੇ ਦੇ ਵਿੱਚੋਂ ਸੁਣ ਕੇ ਰਾਤੀ ਪਤਾ ਲੱਗਾ ਤੇ ਸਾਡੀਆਂ ਡੀਕਾਂ ਨਿਕਲ ਗਈਆਂ। ਸਾਡੇ ਕੋਲ ਨਾ 2 ਸ਼ਾਪਰਾਂ ਦੇ ਵਿੱਚ ਸੀ ਕੈਸ਼। ਮੈਂ ਜਿਹੜਾ ਥੋੜਾ ਵਾਲਾ ਕੈਸ਼ ਸੀ ਮੈਂ ਥੱਲੋਂ ਫੜ ਕੇ ਬਾਹਰ ਸੁੱਟਣ ਹੀ ਲੱਗਾ ਵਾਂ, ਇਸ ਤਰ੍ਹਾਂ ਹੀ ਉਹਨੂੰ ਫਾਇਰ ਲੱਗੇ ਨਾ, ਮੈਂ ਗੱਡੀ ਦਾ ਸਟੀਅਰਿੰਗ ਘੁਮਾ ਲਿਆ, ਪੰਪ ਦੀ ਤਰਫ ਲਾਗੇ ਪੰਪ ਸੀ ਮੱਚਾ ਟਿੱਕਾ ਸ਼ਾਪ ਦੇ ਕੋਲ, ਤੇ ਪਿੱਛੇ ਨੇ ਪਿੱਛੋਂ ਹੀ ਆ ਕੇ ਉਹਨਾਂ ਪਹਿਲਾਂ ਫਾਇਰ ਕੀਤਾ। ਗੱਡੀ ਸਾਨੂੰ ਇਹ ਸੀਗਾ टायर ब्लास्ट होया है। नाज़रीन, मुरीदके में एक बहुत ही अफसोसनाक वाकया पेश आया जहां पर 23 साल लड़के को गोलियां मार के कत्ल कर दिया गया। इसके पीछे वजह क्या थी? वो निजी पेट्रोल पंप के ऊपर काम करता था और कैश लेकर बैंक की तरफ जा रहा था कि रास्ते में डाकुओं ने रोकने की कोशिश की, मगर वो नौजवान जो था वो ना रुका और रास्ते में उन्होंने फायरिंग की और फायरिंग की जद में आके शदीद जख्मी हुआ और अपने जख्मों की ताब न लाते हुए हॉस्पिटल में वो दम तोड़ गया। ऐनी शाहद उसका भाई भी एक उसके साथ मौजूद था, उससे मुकम्मल तफसीलात जानते हैं ये सारा वाकया पेश कैसे आया। जी भाई अस्सलाम वालेकुम। भाई बहुत अफसोसनाक वाकया है, अल्लाह पाक तुहानू सबर दे, आसानियां वाला मामला करे, अल्लाह पाक ਉਹਦੇ ਅਗਲੀਆਂ ਮੰਜ਼ਲਾਂ ਆਸਾਨ ਕਰੇ। ਤੁਹਾਡਾ ਕੀ ਤਲਕ ਹੈ ਉਸ ਨੂੰ? ਮੇਰਾ ਵੱਡਾ ਭਾਈ। ਵੱਡਾ ਭਾਈ ਸੀ ਜੀ। ਤੇ ਕੀ ਨਾਮ ਉਹਦਾ? ਮਨਵਰ। ਅੱਛਾ, ਕੀ ਕਿੱਥੋਂ ਆ ਰਹੇ ਸੋ ਤੁਸੀਂ? ਅਸੀਂ ਨੰਗਲ ਸਾਦਾ ਵਾਈਟਲ ਪੰਪ ਤੋਂ ਨਿਕਲੇ ਆ। ਹਾਂ। ਤੇ ਜ਼ਮਜ਼ਮ ਪੰਪ ਅਸੀਂ ਕ੍ਰਾਸ ਕੀਤਾ, ਪਿੱਛੋਂ 2 ਮੋਟਰਸਾਈਕਲ ਦੇ ਬੰਦੇ ਆਏ ਨੇ। ਅੱਛਾ। ਇੱਕ ਨੇ ਹੈਲਮਟ ਪਾਇਆ, ਇੱਕ ਬਗੈਰ ਹੈਲਮਟ ਤੋਂ ਸੀ। ਠੀਕ ਹੈ। ਉਹਨਾਂ ਆਂਦਿਆਂ ਸਾਰੀ ਫਾਇਰਿੰਗ ਕੀਤੀ, ਅਸੀਂ ਪਿੱਛੇ ਵੇਖਿਆ ਮੈਂ। ਹਾਂ। ਤੇ ਮੈਨੂੰ ਉਹਨਾਂ ਦੇ ਹੱਥ ਵਿੱਚ ਨਾ ਪਿਸਤੌਲ ਨਜ਼ਰ ਆਇਆ ਤੇ ਮੈਂ ਆਪਣੇ ਭਾਈ ਨੂੰ ਕਿਹਾ, ਮੈਂ ਕਿਹਾ ਡਾਕੂ ਪੈ ਗਏ ਨੇ। ਅੱਛਾ, ਬੰਦੇ ਪੈ ਗਏ ਨੇ। ਉਹਨਾਂ ਤੁਹਾਨੂੰ ਕੋਈ ਰੋਕਣ ਦੀ ਕੋਸ਼ਿਸ਼ ਕੀਤੀ ਕਿ ਜਾਂ ਮਗਰੋਂ ਆ ਕੇ ਸਿਰਫ ਉਹਨਾਂ ਫਾਇਰਿੰਗ ਕੀਤੀ? ਉਹ ਤੁਹਾਡੇ ਪਿੱਛੇ ਸਨ? ਉਹ ਸਾਡੇ ਪਿੱਛੇ ਨੇ, ਪਿੱਛੋਂ ਹੀ ਆ ਕੇ ਉਹਨਾਂ ਪਹਿਲਾਂ ਫਾਇਰ ਕੀਤਾ। ਗੱਡੀ ਸਾਨੂੰ ਇਹ ਸੀਗਾ टायर ब्लास्ट ਹੋਇਆ। ਠੀਕ ਹੈ। ਠੀਕ ਹੈ। ਮੈਂ ਪਿੱਛੇ ਦੇਖਿਆ, ਜਦੋਂ ਮੈਨੂੰ ਉਹਨਾਂ ਦੇ ਹੱਥ ਵਿੱਚ ਪਿਸਟਲ ਨਜ਼ਰ ਆਇਆ ਤੇ ਮੈਂ ਆਪਣੇ ਭਾਈ ਨੂੰ ਕਿਹਾ, ਮੈਂ ਕਿਹਾ ਬੰਦੇ ਪੈ ਗਏ ਨੇ ਤੇ ਗੱਡੀ ਜਿਹੜੀ ਹੈ ਨਾ ਤੇਜ਼ ਕਰ ਲੈ। ਠੀਕ ਹੈ। ਜਿਸ ਤਰ੍ਹਾਂ ਹੀ ਉਹਨੇ ਗੱਡੀ ਤੇਜ਼ ਕੀਤੀ, ਉਹਨਾਂ ਫਿਰ ਦੁਬਾਰਾ ਨਾਲ ਅਗਲੇ ਟਾਇਰ ਦੇ ਵਿੱਚ ਫਾਇਰ ਮਾਰਿਆ। ਫਾਇਰ ਨਹੀਂ ਲੱਗਾ। ਠੀਕ ਹੈ। ਮੈਂ ਥੱਲੋਂ ਕੈਸ਼, ਸਾਡੇ ਕੋਲ ਨਾ 2 ਸ਼ਾਪਰਾਂ ਦੇ ਵਿੱਚ ਸੀ ਕੈਸ਼। ਮੈਂ ਜਿਹੜਾ ਥੋੜਾ ਵਾਲਾ ਕੈਸ਼ ਸੀ ਮੈਂ ਥੱਲੋਂ ਫੜ ਕੇ ਬਾਹਰ ਸੁੱਟਣ ਹੀ ਲੱਗਾ ਵਾਂ ਕਿ ਉਹਨਾਂ ਨੇ ਪਿੱਛੋਂ ਥੋੜਾ ਜਿਹਾ ਵਾਇਆ ਪੈ ਗਿਆ ਸੀ ਉਹਨਾਂ ਦਾ ਨਾ, ਗੱਡੀ ਸਪੀਡ 'ਚ ਹੋ ਗਈ ਸੀ। ਹਾਂ। ਠੀਕ ਹੈ। ਉਹਨਾਂ ਬਲਾਸਟ ਟਾਇਰ ਹੋਣ ਦੇ ਬਾਵਜੂਦ ਵੀ ਗੱਡੀ ਭਾਈ ਦੜਾਉਂਦਾ ਜਾ ਰਿਹਾ। ਜੀ ਹਾਂਜੀ। ਹਾਂ। ਠੀਕ ਹੈ। ਉਹ ਫਿਰ ਜਦੋਂ ਮੈਂ ਨੀਚੇ ਹੋਇਆ ਵਾਂ, ਉਹਨਾਂ ਨੂੰ ਇਹ ਲੱਗਾ ਕਿ ਵੈਪਨ ਕੱਢਣ ਲੱਗਾ ਜਾਂ ਕੀ ਸੂਰਤ ਹਾਲ ਹੈ, ਉਹਨਾਂ ਨੇ ਸਿੱਧਾ ਜਿਹੜਾ ਨਾ ਫਾਇਰਿੰਗ ਸ਼ੁਰੂ ਕਰਤੀ ਹੈ ਗੱਡੀ ਤੇ। ਠੀਕ ਹੈ। ਪਿੱਛੋਂ ਦੀ ਉਹਨਾਂ ਫਾਇਰਿੰਗ ਕੀਤੀ ਹੈ ਤੇ ਸੀਟ ਦੇ ਅੰਦਰੋਂ ਜਾ ਕੇ ਨਾ 2 ਗੋਲੀਆਂ ਲੱਗੀਆਂ ਮੇਰੇ ਭਾਈ ਨੂੰ। ਉਹਨਾਂ ਕੋਲ ਪਿਸਟਲ ਸੀ ਕਿ ਵੱਡੀ ਰਾਈਫਲ ਸੀ? ਉਹਨਾਂ ਕੋਲ ਪਿਸਟਲ ਸੀ, ਬਲੈਕ ਕਲਰ ਦਾ। ਠੀਕ। ਤੁਸੀਂ ਕਿੰਨੇ ਅਰਸੇ ਤੋਂ ਕੰਮ ਦੋਵੇਂ ਭਾਈ ਕਰ ਰਹੇ ਹੋ? ਅਸੀਂ ਤਕਰੀਬਨ 4-5 ਸਾਲ ਹੋ ਗਏ ਨੇ ਇਸ ਕੰਮ ਦਾ। ਐਜ਼ ਅ ਮੈਨੇਜਰ ਹੀ ਕੰਮ ਕਰਦੇ ਹੋ? ਜੀ ਬਿਲਕੁਲ। ਤੇ ਕਿੰਨੀ ਦਫਾ ਤੁਸੀਂ ਕੈਸ਼ ਲਿਆਉਣ ਤੇ ਲਿਜਾਣ ਦਾ ਕੰਮ, ਮਤਲਬ ਰੂਟੀਨ ਸੀ ਤੁਹਾਡੀ? ਹਾਂਜੀ, ਡੇਲੀ ਦੀ ਰੂਟੀਨ ਸੀ। ਤੇ ਜੋ ਕਿੰਨੀ ਕੈਸ਼ ਕਿੰਨਾ ਸੀ ਤੁਹਾਡੇ ਕੋਲ? ਤਕਰੀਬਨ 30 ਤੋਂ 32 ਲੱਖ ਰੁਪਇਆ ਸੀ। ਤਕਰੀਬਨ 30 ਤੋਂ 32 ਲੱਖ ਰੁਪਇਆ ਸੀ। ਔਰ ਤੁਸੀਂ ਕੋਈ ਵੀ ਉੱਥੋਂ ਸਿਕਿਉਰਿਟੀ ਗਾਰਡ ਨਾਲ ਲੈ ਕੇ ਨਹੀਂ ਉਹਨਾਂ ਦਿੱਤਾ? ਨਾਲ ਸਿਕਿਉਰਿਟੀ ਗਾਰਡ ਅਸੀਂ ਵੈਪਨ ਨਾਲ ਖੜਨੇ ਆ। ਤੇ ਅੱਜ ਮੇਰਾ ਭਰਾ ਕਹਿੰਦਾ ਜੀ ਮੈਂ ਤੇਰੇ ਨਾਲ ਜਾਣਾ, ਮੈਨੂੰ ਇੱਕ ਕੰਮ ਹੈ ਤੇ ਮੈਂ ਤੈਨੂੰ ਬੈਂਕ ਲਾ ਕੇ ਤੇ ਮੈਂ ਉਹ ਕੰਮ ਕਰ ਲਾਂਗਾ। ਤਾਂ ਪਹਿਲਾਂ ਤੁਸੀਂ ਇਕੱਲੇ ਹੀ ਜਾਂਦੇ ਸੋ? ਪਹਿਲਾਂ ਹਾਂਜੀ, ਵੈਪਨ ਨਾਲ ਜਾਂਦਾ ਸੀ। ਵੈਪਨ ਨਾਲ ਜਾਂਦਾ ਸੀ, ਜਿਹੜਾ ਨਾ ਸਿਕਿਉਰਿਟੀ ਯਾਨੀ ਕਿ ਸਾਡੀ ਹੁੰਦੀ ਸੀ। ਮਤਲਬ ਅਲੱਗਾ ਨਾਲ ਸਿਕਿਉਰਿਟੀ ਗਾਰਡ ਨਹੀਂ ਸੀ ਹੁੰਦਾ? ਨਹੀਂ। ਹਾਂ। ਤੇ ਉਹ ਅਸੀਂ ਨਿਕਲੇ ਆ ਤੇ ਮੈਂ ਕਿਹਾ ਚਲੋ ਭਰਾ ਨਾਲ ਚੱਲਿਆ ਤੇ ਮੈਂ ਕਿਹਾ ਗਨ ਦੀ ਕੀ ਜ਼ਰੂਰਤ ਹੈ, ਇੰਝ ਹੀ ਚਲੇ ਜਾਂਦੇ ਆ। ਠੀਕ ਹੈ। ਜਿਸ ਤਰ੍ਹਾਂ ਹੀ ਫਿਰ ਪੰਪ ਤੋਂ ਨਿਕਲਿਆ, ਮਗਰ ਉਹਨਾਂ ਨੇ ਆ ਕੇ ਫਾਇਰਿੰਗ ਸ਼ੁਰੂ ਕਰ ਦਿੱਤੀ। ਮਤਲਬ ਉਸ ਮੌਕੇ ਤੇ ਫਾਇਰ ਲੱਗਾ? ਕਿੰਨੇ ਫਾਇਰ ਲੱਗੇ? 2 ਫਾਇਰ ਲੱਗੇ ਨੇ। ਜਿਸ ਤਰ੍ਹਾਂ ਹੀ ਉਹਨੂੰ ਫਾਇਰ ਲੱਗੇ ਨੇ, ਮੈਂ ਗੱਡੀ ਦਾ ਸਟੀਅਰਿੰਗ ਘੁਮਾ ਲਿਆ, ਪੰਪ ਦੀ ਤਰਫ ਲਾਗੇ ਪੰਪ ਸੀ ਮੱਚਾ ਟਿੱਕਾ ਸ਼ਾਪ ਦੇ ਕੋਲ। ਠੀਕ ਹੈ। ਉਹਨੂੰ ਗੋਲੀ ਲੱਗੀ ਸੀ, ਉਹਦਾ ਫਾਇਰ ਕਿਤੇ ਰੇਸ ਤੇ ਆਇਆ ਤੇ ਉਹ ਗੱਡੀ ਜਿਹੜੀ ਹੈ ਨਾ ਫੁੱਟਪਾਥ ਤੇ ਚੜ ਗਈ ਹੈ। ਅੱਛਾ ਜੀ। ਉਸ ਤੋਂ ਬਾਅਦ ਉਹ ਡਾਕੂ ਬੰਦੇ ਇਕੱਠੇ ਹੋ ਗਏ ਨੇ, 15-20 ਬੰਦੇ, ਤੇ ਡਾਕੂ ਫਰਾਰ ਹੋ ਗਏ ਨੇ। ਡਾਕੂ ਫਰਾਰ ਹੋ ਕਿਹੜੇ ਪਾਸੇ ਨੂੰ ਗਏ? ਉਹ ਸਿੱਧਾ ਹੀ ਨਿਕਲ ਗਿਆ ਨੇ ਤੇ ਮਰੀਦ ਕੇ ਸ਼ਹਿਰ ਵਾਲੀ ਸਾਈਡ ਤੇ ਆ। ਤੁਸੀਂ ਫਿਰ ਉਸ ਤੋਂ ਬਾਅਦ ਕੀ ਕੀਤਾ? ਉਸ ਤੋਂ ਬਾਅਦ ਅਸੀਂ 112 ਨੂੰ ਕਾਲ ਕੀਤੀ, ਆਪਣੇ ਬੰਦਿਆਂ ਨੂੰ ਕਾਲ ਕੀਤੀ ਤੇ ਤਹਿਸੀਲ ਹੈਡਕੁਆਟਰ ਲੈ ਆਏ। ਹਾਂ। ਮਤਲਬ ਕੈਸ਼ ਬਿਲਕੁਲ ਮਹਿਫੂਜ਼ ਰਿਹਾ? ਕੈਸ਼ ਹਾਂਜੀ ਬਿਲਕੁਲ। ਭਾਈ ਨੂੰ ਮੌਕੇ ਤੇ 2 ਫਾਇਰ ਲੱਗੇ? 2 ਫਾਇਰ ਲੱਗੇ। ਫਿਰ ਤੁਸੀਂ ਲੈ ਕੇ ਚਲੇ ਗਏ ਮਿਓ ਹਸਪੀਟਲ? ਹਾਂਜੀ। ਫਿਰ ਉਸ ਤੋਂ ਬਾਅਦ ਮਿਓ ਹਸਪੀਟਲ ਕੀ ਸੂਰਤ ਹਾਲ ਰਹੀ? ਮਿਓ ਹਸਪਤਾਲ ਉਹਨਾਂ ਨੇ ਆਪਰੇਸ਼ਨ ਵਗੈਰਾ ਕੀਤਾ ਸੀ, ਬਿਲਕੁਲ ਠੀਕ ਹੋ ਗਿਆ ਸੀ। ਬਸ ਅਚਾਨਕ ਉਹਦੀ ਤਬੀਅਤ ਖਰਾਬ ਹੋਈ ਏ ਕਿ ਸਾਹ ਲੈਣ ਦੇ ਵਿੱਚ ਇਹਨਾਂ ਨੂੰ ਦੁਸ਼ਵਾਰੀ ਹੋਣੀ ਸ਼ੁਰੂ ਹੋ ਗਈ ਸੀ। ਹਾਂ। ਜਿਹਦੀ ਵਜ੍ਹਾ ਤੋਂ ਡਾਕਟਰਾਂ ਨੇ ਬੜੀ ਕੋਸ਼ਿਸ਼ ਕੀਤੀ ਹੈ, ਭੱਜ ਦੌੜ भी की है, लेकिन अल्लाह पाक को मंजूर ही आया सी। सही। नाज़रीन, ये मुरीदके के हालात हैं। जब कोई शख्स घर से निकलता है तो उसे नहीं अंदाज़ा होता कि मैं घर वापस चला जाऊंगा, और रास्ते में ही या तो लूट लिया जाता है या दौरान लूटने के दौरान उसको फायर मार दिया जाता है। मगर हमारे जो सिक्योरिटी इदारे हैं वो सत्तू पी के सो रहे हैं, बल्कि ठंडी और कच्ची लस्सी पी के सोए हुए हैं।
कोई जितने भी शहरी हैं वो अदम तहफ़्फ़ुज़ का शिकार हैं। अगर अपने मोहल्ले में होते हैं तभी लूट लिए जाते हैं, रोड पे आते हैं लूट लिए जाते हैं, अपने किसी कारोबारी मरकज़ पे जाते हैं, दुकान पे जाते हैं तो वहाँ पर भी लूट लिए जाते हैं। जब पुलिस डाकुओं को पकड़ती है तो कुछ दिनों के लिए अपने पास रखती है, रिकवरियाँ इकट्ठी करती है, रिकवरियाँ इकट्ठी करने के बाद उनको जुडिशल कर देती है। वहाँ पे जाके उनका अदालती मैटर शुरू हो जाता है, तो फिर वहाँ से अदालत से वो रिलीफ लेके छूट के फिर आते हैं, फिर अवाम में आके दनाते हैं, ऐसे ही घूमते हैं, ऐसे ही फिरते हैं यहाँ पे आके, और रोज़ किसी ना किसी माँ की जो गोद है वो उजाड़ते हैं। ये जो भाई छोटा मेरा यहाँ पर मेरे साथ खड़ा हुआ अपने भाई से हाथ धो बैठा, इन्होंने हिम्मत का मुजाहरा किया, डाकुओं से रकम महफूज कर ली और अपनी जान गंवा बैठे। रकम अगर महफूज ना करते तो यही जो मालकान हैं इन्होंने पुलिस के हवाले करना था। पुलिस, हो सकता है कि पुलिस मार मार के इनकी जान ले लेती, पहला शक इन्हीं पे जाना था, और इन्होंने कैश नहीं जाने दिया, अपनी जान दे दी है। और बड़ी हिम्मत का मुजाहरा करते हुए भाई ने भी कोशिश करके स्टीयरिंग मोड़ने की, जान बचाने की कोशिश की कि जान भी बच जाए और कैश भी बच जाए, मगर बदकिस्मती से वो जान तो नहीं बच सकी, मगर कैश जो था वो बच गया। और यहाँ पे ना अहली, यहाँ पर ये जो इनके मालकान है उनकी भी है कि 30 से 32 लाख कैश है तो साथ में सिक्योरिटी गार्ड क्यों नहीं भेजा। अगर बैंक से आप 5 लाख निकलवाते हैं तो साथ में सिक्योरिटी गार्ड लेना पड़ता है। और यहाँ पर जो मकतूल है मुनव्वर, उनके वालिद साहब भी यहाँ पर मौजूद हैं, उनसे भी बात करते हैं। सर क्या नाम है आपका? सफदर साहब, ਤੁਹਾਡੇ ਜਿਹੜਾ ਬੇਟਾ ਸੀ ਬੜਾ ਅਫਸੋਸਨਾਕ ਵਾਕਿਆ ਉਹਦੇ ਨਾਲ ਹੋਇਆ ਹੈ, ਅੱਲਾਹ ਪਾਕ ਉਹਦਾ ਜੰਨਤਾਂ 'ਚ ਘਰ ਕਰੇ। ਸ਼ਾਦੀशुदा ਸੀ? नहीं शादी नहीं की थी। ਅੱਛਾ, ਸ਼ਾਦੀ ਨਹੀਂ ਸੀ ਕੀਤੀ। ਟੋਟਲ ਕਿੰਨੇ ਬੱਚੇ ਤੁਹਾਡੇ? 3 बच्चे ने। ਅੱਛਾ, 3 ਬੱਚੇ ਨੇ ਤੇ 2 ਐਸੇ ਪੰਪ ਤੇ ਕੰਮ ਕਰਦੇ ਸਨ जी, 2 पंप पे काम करते। ਤੇ ਇਹ ਜੋ ਇੱਕ ਜ਼ੁਲਮ ਹੋਇਆ ਤੁਹਾਡੇ ਨਾਲ, ਇਹਦੇ ਮੁਤਲਕ ਕੀ ਤੁਸੀਂ ਕਹਿਣਾ ਚਾਹੋਗੇ? ਕੀ ਅੱਲਾਹ ਕਾਮ ਅੱਗੇ ਕੀ ਅਪੀਲ ਕਰਦੇ ਹੋ? ਤੇ ਇਹਦਾ ਕੋਈ ਕੰਟਰੋਲ ਕੀਤਾ ਜਾਏ, ਕੁਝ ਸਕੂਟੀ ਵਾਲਿਆਂ ਨੂੰ ਚਾਹੀਦਾ ਕਿ ਇਹਦਾ ਜਿਹੜਾ ਨਾ ਕੋਈ ਸੱਦੇਬਾਬ ਕੀਤਾ ਜਾਏ। और देखो ईद उतों आ रही है, रमजान और मुबारक दा महीना है, ਬੜੀਆਂ ਵਾਰਦਾਤਾਂ ਹੋ ਰਹੀਆਂ ਨੇ ਅਮਰੀਕਿਆਂ 'ਚ। ਇਹ ਤੇ ਕਰਾਚੀ ਵਾਲੀ ਲਿਆਰੀ ਬਣ ਗਈ ਇੱਥੇ। लियारी तो अगे नहीं गल लंघ गई। ਲਿਆਰੀ ਤੋਂ ਵੀ ਅੱਗੇ ਕੰਮ ਚਲਾ ਗਿਆ, ਕਰਾਚੀ ਵਾਲੀ ਲਿਆਰੀ ਤੋਂ ਵੀ ਅੱਗੇ ਕੰਮ ਚਲਾ ਗਿਆ। ਆਏ ਦਿਨ ਰੋਜ਼ਾਨਾ ਇਹੀ ਕੰਮ ਹੋ ਰਿਹਾ। जवान पुत्र बाप दी मैयत नूं कंधा दवे ते ਉਹ फिर भी बर्दाश्त कर लेंदा है, मगर बुढ़ा बाप ਜਦੋਂ अपने जवान बेटे दी मैयत नूं कंधा देगा ਤੇ ਤੁਹਾਡਾ ਤੇ ਇੱਕ ਬਾਜ਼ੂ ਹੀ ਸਮਝੋ ਜਿਹੜਾ ਤੁਹਾਡਾ बढ़ना सी, दस्तो बाजू। अल्लाह पाक ਤੁਹਾਨੂੰ सब्र दे। नाज़रीन, जो मुनव्वर के साथ काम करते थे ये भाई, ये भी उनके साथ कोलीग है, उनके साथी हैं। भाई मुनव्वर कैसा लड़का था? बहुत अच्छा। मैं कहना मां बहुत कम ਇਹੋ ਜਿਹੇ ਬੱਚੇ ਪੈਦਾ ਕਰਦੀ। ਇੰਨਾ ਨੇਕ ਦਿਲ ਬੱਚਾ ਕਿ ਸਾਨੂੰ ਚਾਚੂ ਜੀ ਤੋਂ ਇਲਾਵਾ ਬੋਲਦੇ ਹੀ ਨਹੀਂ ਸੀ ਹੁੰਦਾ। ਇਤਨਾ ਬਹੁਤ ਅੱਛਾ ਕਿ ਉਹਦੀ ਲਾਜਵਾਬ ਹੈ। ਇੰਨਾ ਮਿਹਨਤੀ ਬੱਚਾ, ਹਰ ਇੱਕ ਦੇ ਨਾਲ ਤਮੀਜ਼ ਦੇ ਨਾਲ ਬੋਲਦਾ ਸੀ। ਕੀ ਬਾਤ ਹੈ ਉਸ ਬੱਚੇ ਦੀ। ਇਹ ਜਿਹੜਾ ਉਹ ਅਸੀਂ ਚੌਥੇ ਜ਼ਿਲ੍ਹੇ ਦੇ ਵਿੱਚੋਂ ਸੁਣ ਕੇ ਰਾਤੀ ਪਤਾ ਲੱਗਾ ਤੇ ਸਾਡੀਆਂ ਡੀਕਾਂ ਨਿਕਲ ਗਈਆਂ ਨੇ ਕਿ ਸਾਨੂੰ ਆਸੀਂ ਚਾਚੂ ਆ ਅਫਤਾਰੀ ਨਹੀਂ ਕਰਨੀ। ਮੈਂ ਕਿਹਾ ਯਾਰ ਮੈਂ ਦੂਰ ਹਾਂ, ਫਿਰ ਸਹੀ ਇਨਸ਼ਾਅੱਲਾ। ਕਹਿੰਦਾ ਕੋਈ ਮਜ਼ਾ ਨਹੀਂ ਆ ਰਿਹਾ। ਹਾਂ ਠੀਕ ਹੈ, ਲੇਕਿਨ ਬਹੁਤ ਅੱਛਾ ਬੱਚਾ ਸੀ। ਉਹਦੇ ਸਾਥੀ ਜਿਹੜਾ ਹੋ ਗਿਆ ਵਾਕਿਆ ਉਹਦੇ ਨਾਲ, ਉਹਨੇ ਇਸ ਵਾਕਿਆ ਦੇ ਬਾਰੇ ਕੀ ਕਹੋਗੇ ਤੁਸੀਂ? ਇਸ ਵਾਕਿਆ ਬਹੁਤ ਜੀ ਬੁਰਾ ਹੀ ਹੋਇਆ ਉਸ ਬੱਚੇ ਦੇ ਨਾਲ। ਇਹਨਾਂ ਦੇ ਘਰ ਦੇ ਨਾਲ ਬਹੁਤ ਅੱਛੇ ਜੀ ਨੇ, ਇਹਨਾਂ ਨਾਲ ਜਿੰਨੇ ਵੀ ਜਿਹੜਾ ਹੈਲਪ ਕੀਤੀ ਜਾਵੇ ਨਾ ਉਹ ਅੱਛੀ ਗੱਲ ਹੈ, ਲੇਕਿਨ ਇਹਨਾਂ ਨਾਲ ਬਹੁਤ ਜ਼ਿਆਦਤੀ ਹੋਈ ਹੈ। ਸਾਨੂੰ ਆਪ ਨੂੰ ਬੜੀ ਤਕਲੀਫ ਹੈ ਕਿ ਏਡਾ ਅੱਛਾ ਲੜਕਾ ਕਿ ਅਸੀਂ ਉਹਦੇ ਨਾਲ ਖਾਂਦੇ ਪੀਂਦੇ ਸਾਂ ਬਹਿ ਕੇ, ਠੀਕ ਹੈ, ਤੇ ਉਹ ਸਾਡੇ ਨਾਲ ਬੜਾ ਖੁਸ਼ ਸੀ। ਤੇ ਜਿਸ ਟਾਈਮ ਇਹ ਸੁਣਿਆ ਤੇ ਸਾਨੂੰ ਬੜੀ ਤਕਲੀਫ ਹੋਈ। ਉਹਦੇ ਵਾਸਤੇ ਵੇਖੋ ਤੁਸੀਂ ਵੀ ਮੁਲਾਜ਼ਮ ਹੋ, ਉਹ ਵੀ ਮੁਲਾਜ਼ਮ ਸੀ। ਜੀ, ਅੱਜ ਉਹਦੇ ਨਾਲ ਇਹ ਵਾਕਿਆ ਹੋ ਗਿਆ, ਕੱਲ ਕਿਸੇ ਨਾਲ ਵੀ ਹੋ ਸਕਦਾ ਹੈ। ਇਹਦੇ ਮੁਤਲਕ ਤੁਸੀਂ ਅੱਲਾਹ ਕਾਮ ਅਗੇ, ਮੁਹਤਰਮਾ ਮਰੀਮ ਨਵਾਜ਼ ਅਗੇ, IG ਪੰਜਾਬ ਅਗੇ ਕੀ ਅਪੀਲ ਕਰਨਾ ਚਾਹੋਗੇ? ਅਸੀਂ ਇਹੀ ਕਹਿੰਦੇ ਜੀ ਕਾਨੂੰਨ ਨੂੰ ਜਗਾਣ। ਹਾਂ, ਠੀਕ ਹੈ, ਇਹ ਪੁਲਿਸ ਵਾਲੇ ਜਿਹੜੇ ਨੇ ਇਹਨਾਂ ਨੂੰ ਬਦਮਾਸ਼ਾਂ ਨੂੰ ਫੜਨ, ਇਹਨਾਂ ਤੇ ਸਖਤੀ ਕਰਨ, ਇਹਨਾਂ ਨੂੰ ਵੀ ਇਸ ਅੰਜਾਮ ਤੱਕ ਪਹੁੰਚਾਉਣ ਜੋ ਗਰੀਬਾਂ ਦੇ ਬਾਲਾਂ ਨੂੰ ਮਾਰਦੇ ਨੇ ਤੇ ਨਜਾਇਜ਼ ਮਜ਼ਲੂਮਾਂ ਦੇ ਉੱਤੇ ਇਹ ਕਰਦੇ ਪਏ ਨੇ ਜ਼ੁਲਮ। ਤੇ ਇਹ ਹੋਣਾ ਚਾਹੀਦਾ ਕਿ ਇਹਨਾਂ ਨੂੰ। जी मुहतरमा मरियम नवाज साहबा और डॉक्टर उस्मान अनवर साहब, ये जो नौजवान लड़का था ये एक मेहनत कश था, एक गरीब बाप का बेटा था। वो पुलिस अहलकार नहीं था, सरकारी मुलाजम नहीं था। जब भी कभी भी कोई पुलिस के साथ ऐसा हादसा पेश आता है, ऐसा वाक़या हो जाता है, कोई भी पुलिस के ऊपर फायर खोलता है या किसी को शहीद करता है, मेरे ख्याल में वो 12 से या 24 घंटे भी नहीं निकालता, वो अपने अंजाम को पहुँच जाता है। मगर ये अवाम लवारिस क्यों है, ये बूढ़ा बाप लवारिस क्यों है? ये भी
आपकी गवर्नमेंट को आपकी अय्याशियों के लिए टैक्स मुकम्मल प्रॉपर तौर पर दे रहा है, मगर सहूलियात ना होने के बराबर हैं। वहाँ पे मेयो हॉस्पिटल में जाते हैं और इनको वेंटिलेटर नहीं मिलता, वहाँ पे जो ऑक्सीजन होती है वो भी नहीं मिलती। शायद वो वेंटिलेटर मिल जाता, ऑक्सीजन मिल जाती तो बच्चा को ज़िंदगी की सांसें और ले लेता। और THQ मरीदके में यहाँ पर जब आए हैं, ये रात के तकरीब 1:30 बजे के आए हुए हैं और अभी यहाँ पे 9 बज रहे हैं और अभी तक इनका पोस्टमार्टम भी नहीं हुआ है। वहाँ भी इनके साथ जुल्म हुआ और बाकी के जो जुल्म सरकारी इदारे जो करते हैं वो भी आप लोगों के सामने है। यहाँ पे 24 घंटे की एमरजेंसी के लिए बनाया गया ये हॉस्पिटल, ये 24 घंटे की एमरजेंसी कहाँ पे है? जब भी कोई रात के वक्त ऐसा वाकया होता है तो जो पोस्टमार्टम करने वाला जो एक शख्स उनके पास है उसको उसके गांव से लाना पड़ता है। तुसी भी उन्होंने पिंडों लेके आए हो? जी मैं उन्होंने पिंडों लेके आया जी, खटियाले तो। ये सरकारी हालात हैं, ये सरकारी हॉस्पिटल के हालात हैं और ये मुरीदके के हालात हैं। और कोई भी दिन ऐसा खाली नहीं जाता है जब कोई भी फायरिंग के साथ कोई मरता नहीं है या कोई इस शहर में वारदात, डकैती या चोरी नहीं होती है। यहाँ पर कोई ऐसा अफसर तैनात तो होना चाहिए, मैं कई बार कह चुका हूँ, कि जिसकी कोई भी सियासी मजबूरी ना हो और ईमानदारी के साथ यहाँ पे काम करे और गरीब माओं के बेटों को और गरीब बाप के बच्चों को अपने बच्चे समझे और अपनी जो दूसरों की जो इज्जतें यहाँ पे पमाल होती हैं उनको अपनी इज्जत समझकर मुरीदके में अगर हालात बेहतर करना चाहते हैं। मैं यहाँ पर जो हमारे सियासी नुमाइंदे हैं उनसे भी गुजारिश करना चाहूँगा कि खुदा का खौफ करें, होश के नाखून लें। ये आपके वोट कम हो रहे हैं, ये आपके लिए तो सिर्फ आपके वोट कम हो रहे हैं, मगर यहाँ पर गरीब माओं के, यहाँ पे बूढ़े बाप के जो बच्चे हैं वो लकमे अजल बन रहे हैं। और शहर जो मरीदके है, कराची मिनी लियारी को कहीं पीछे छोड़ गया है और हर शख्स, गरीब शख्स जब किसी के साथ ऐसा इंसिडेंट हो जाता है तो वो बाजू खड़े करके इंसाफ की अपील मांगता है, मगर आप टैक्स उनका गला दबा के लेते हैं। मिलते हैं किसी अगली वीडियो में। आप और हम सब का अल्लाह निगहबान।